गुरबाणी अनुसार सादा जीवन बसर करने वाले सरदारनी बलविंदर कौर जी पिछले दिनी अपने स्वासां दी पूंजी नूं खर्चदे होए परमात्मा दे चरनां विच जा बिराजे। उन्हां दी याद विच एक धार्मिक समागम दा आयोजन उन्हां दे समूह परिवार वल्लों जिन्हां विच सरदार गुरबाज सिंह, गुरजीत सिंह, मनजीत कौर, सुरिंदर सिंह, कमलजीत कौर, समरीत कौर, गुरफतेह भुल्लर, सरबजीत कौर, सतनाम सिंह, हरसिमरन सिंह, गुरिंदर सिंह, सकत्तर सिंह, सुखजिंदर सिंह, दिलबाग सिंह, अमरजीत कौर, सुमनदीप, करमजीत कौर, रमनदीप कौर, अमरीक सिंह, गुरदयाल कौर, सरदूल सिंह, गुरचरण सिंह ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਬਾਬਾ ਗੁਰਮੁਖਦਾਸ ਜੀ ਪਿੰਡ ਰਾਜੋਕੇ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਬਲਵਿੰਦਰ ਕੌਰ ਹੁਣਾਂ ਦਾ ਜਨਮ 60 ਸਾਲ ਪਹਿਲਾਂ ਮਾਤਾ ਗੁਰਦਿਆਲ ਕੌਰ ਹੁਣਾਂ ਦੀ ਕੁੱਖੋਂ ਪਿਤਾ ਸਰਦਾਰ ਅਮਰੀਕ ਸਿੰਘ ਸਰਪੰਚ ਹੁਣਾਂ ਦੇ ਗ੍ਰਹਿ ਪਿੰਡ ਕੋਟਲੀ ਵਸਾਵਾ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਨੇ ਆਪਣੇ ਗ੍ਰਸਤੀ ਜੀਵਨ ਦੀ ਸ਼ੁਰੂਆਤ 43 ਸਾਲ ਪਹਿਲਾਂ ਸਰਦਾਰ ਹਰਪਾਲ ਸਿੰਘ ਜੀ ਹੁਣਾਂ ਨਾਲ ਕੀਤੀ। ਆਪ ਜੀ ਦੇ ਘਰ 2 ਸੁਪੁੱਤਰਾਂ ਗੁਰਬਾਜ ਸਿੰਘ, ਗੁਰਜੀਤ ਸਿੰਘ ਅਤੇ ਇੱਕ ਧੀ ਸਰਬਜੀਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਆਪ ਜੀ ਦੇ ਬੇਟੇ ਗੁਰਬਾਜ ਸਿੰਘ ਜੀ ਆੜਤ ਦਾ ਕੰਮ ਕਰ ਰਹੇ ਹਨ ਅਤੇ ਆੜਤੀ ਐਸੋਸੀਏਸ਼ਨ ਰਾਜੋਕੇ ਦੇ ਪ੍ਰਧਾਨ ਹਨ ਅਤੇ ਆਪ ਜੀ ਦੇ ਦੂਸਰੇ ਬੇਟੇ ਗੁਰਜੀਤ ਸਿੰਘ ਜੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਹਨ ਅਤੇ ਇੱਕ ਸਫਲ ਕਿਸਾਨ ਹਨ ਅਤੇ ਆਪ ਜੀ ਦੀ ਬੇਟੀ ਸਰਬਜੀਤ ਕੌਰ ਆਪਣੇ ਸਹੁਰੇ ਘਰ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਆਪ ਜੀ ਦੇ ਬੇਟੇ ਸਰਦਾਰ ਗੁਰਬਾਜ ਸਿੰਘ ਜੀ ਤਰਕਸ਼ੀਲ ਸੁਸਾਇਟੀ ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾ ਹੀ ਦੁਨੀਆ ਨੂੰ ਵਹਿਮਾਂ ਭਰਮਾਂ ਚੋਂ ਬਾਹਰ ਕੱਢਦੇ ਹਨ। ਆਪ ਜੀ ਨੇ ਆਪਣੀ ਮਾਤਾ ਦੇ ਫੁੱਲਾਂ ਨੂੰ ਵੀ ਆਪਣੇ ਹੀ ਖੇਤ ਵਿੱਚ ਦਬਾ ਕੇ ਉੱਪਰ ਟਾਲੀ ਦਾ ਰੁੱਖ ਲਗਾਇਆ। ਸਰਦਾਰਨੀ ਬਲਵਿੰਦਰ ਕੌਰ ਜੀ ਬਹੁਤ ਹੀ ਮਿੱਠੀ ਬਾਣੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬਾਣੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਰੋਜ਼ਾਨਾ ਗੁਰੂ ਘਰ ਜਾਣਾ ਅਤੇ ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਸਰਦਾਰਨੀ ਬਲਵਿੰਦਰ ਕੌਰ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। जग जीवन ऐसा सुपने जैसा, सुपने जैसा, सुपने जैसा। बाबा माया मोह हित कीन, जिन ज्ञान रतन फिर लीन। बाबा माया मोह हित कीन, जिन ज्ञान रतन फिर लीन। जीवन सुपन समान, जीवन सुपन समान। जग जीवन ऐसा सुपने जैसा,
ਕਾਲ ਫਾਸ ਨ ਮੁਗਦ ਚੇਤੈ ਕੰਟ ਕਾਮਨ ਲਾਗ ਕਾਲ ਫਾਸ ਨ ਮੁਗਦ ਚੇਤੈ ਕੰਟ ਕਾਮਨ ਲਾਗ ਜੀਵਨ ਸੁਪਨ ਸਮਾਨ ਜੀਵਨ ਸੁਪਨ ਸਮਾਨ ਜਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ ਜਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ ਕਰ ਵਿਚਾਰ ਬਿਕਾਰ ਪਰ ਹਰ ਤਰਨ ਤਾਰਨ ਸੋਏ ਕਰ ਵਿਚਾਰ ਬਿਕਾਰ ਪਰ ਹਰ ਤਰਨ ਤਾਰਨ ਸੋਏ ਕਹੇ ਕਬੀਰ ਜਗ ਜੀਵਨ ਐਸਾ ਦੁਨੀਆ ਨਾਹੀ ਕੋਏ ਕਹੈ ਕਬੀਰ ਜਗ ਜੀਵਨ ਐਸਾ ਤੁਤੀ ਨਾਹੀ ਕੋਏ ਜੀਵਨ ਸੁਪਨ ਸਮਾਨ ਜੀਵਨ ਸੁਪਨ ਸਮਾਨ ਜਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ ਜਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਜੀਵਨ ਸੁਪਨ ਸਮਾਨ ਜਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ ਜਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ। ਗੁਰੂ ਸਾਹਿਬ ਕਹਿੰਦੇ ਨੇ ਛਿਨ ਛਿਨ ਆਓ ਤੇ ਬਿਹਾਤ ਹੈ ਫੁੱਟੇ ਘਟ ਜਿਉ ਪਾਣੀ। ਕਹਿੰਦੇ ਹੇ ਭਲਿਆ ਤੇਰਾ ਜੀਵਨ ਦਾ ਸਮਾਂ ਲੰਘਦਾ ਜਾ ਰਿਹਾ ਹੈ, ਇਸ ਸਵਾਸਾਂ ਦੀ ਲੜੀ ਖਤਮ ਹੋਣ ਤੇ ਤੁਰੀ ਜਾ ਰਹੀ ਹੈ। ਤੇ ਗੁਰੂ ਸਾਹਿਬ ਸਾਨੂੰ ਇੱਕ ਘੜੇ ਦੀ ਉਦਾਹਰਨ ਦੇ ਕੇ ਸਮਝਾਉਂਦੇ ਨੇ। ਕਹਿੰਦੇ ਮਨ ਇੱਕ ਘੜਾ ਪਾਣੀ ਦਾ ਭਰਿਆ ਸੰਗਤ ਜੀ, ਉਸ ਘੜੇ ਵਿੱਚ ਤਰੇੜ ਆ ਗਈ ਹੈ ਤੇ ਉਹਦੇ ਵਿੱਚ ਬੂੰਦ ਬੂੰਦ ਕਰਕੇ ਪਾਣੀ ਨਿਕਲ ਰਿਹਾ ਹੈ। ਸੋਚਣ ਵਾਲਾ ਸੋਚਦਾ ਹੈ ਕੋਈ ਗੱਲ ਨਹੀਂ, ਘੜਾ ਤੇ ਪਾਣੀ ਦਾ ਭਰਿਆ, ਇਹ ਘੜਾ ਖਤਮ ਹੋਣ ਲੱਗਾ ਹੈ।
पर संगत जी वो जो एक एक बूंद पानी की निकल रही है, आखिर में उस बूंद बूंद ने एक दिन घड़ा खाली कर देना। तो गुरु तेग बहादुर महाराज कहते हैं तेरे इस शरीर रूपी घड़े में भी तरेड़ आई हुई है। वो तरेड़ संगत जी केड़ी है जी असीं मूँह राही सवास लै रहे हैं, नक राही सवास लै रहे हैं। कहते हैं एक एक सवास करके तू दिन ब दिन मौत के लागे तुरया जा रहा। जिवें आप जी भगती के शब्द भी सरवण करते हो, जननी जान सुत बड़ा होत है, इतना को न जाने जे दिन दिन अवध कटक है। भगती कहते माँ सोचती है मेरा पुत्र वड्डा हो रहा, आज वो 5 साल का, फिर 10 साल का हो गया, 20 साल का हो गया, पर कहते कदे ये नहीं सोचिया कि ये वड्डा नहीं होया, ये 20 साल निक्का हो गया। जननी जान सुत बड़ा होत है, इतना को न जाने जे दिन दिन अवध कटत है। कहते जेकर 50 साल जिंदगी है तो 20 साल विचों निकल गई, बाकी रह गई 30 साल। कहते फिर वड्डा किवें होया? शरीर वड्डा हो गया है, ਇਹਦਾ आकार जरूर वड्डा होया पर उम्र निक्की हो गई। तो गुरु तेग बहादुर महाराज सानू बड़ा सचेत करते हैं, कहते तू छिन छिन करके एक एक सवास दे करके तू दिन ब दिन मौत के जीव लागे तुरया जा रहा। क्योंकि संगत जी ये समा साडा पल पल करके बीतदा जाता है। गुरु तेग बहादुर सारी गुरबाणी अंदर सानू बड़ा सचेत करते हैं। पावन पद शब्द है सतगुरां दा, बीत जहे जन्म अकाजरे, निस दिन सुन के प्राण समझत नहरे अजान, काल तो पहुँचे वान कहाँ जहे पाजरे। कहते ये जीव बड़ा कथा कहानियां सुनता है पर कहते इन्हां ते अमल नहीं करता। निस दिन सुन के प्राण समझत नहरे अजान, पर कहते समझदा नहीं है। पर नाल कहते काल तो पहुँचे वान कहाँ जहे पाजरे, सतगुरु ने काल का समा दौड़िया आ रहा। संसार ते किते भी चला जा, वर्ल्ड के किसी भी एरिए में चला जा, कहते मौत तो नहीं बच सकेगा। इसलिए संगत जी सतगुरु ने जीवन बख्शिया, इनू सफलियां बनाइए, इनू अजाई ना गवाइए। गुरबाणी पढ़ के सिमरन करके नितनेम करके अपने जीवन में सफलियां करिए, तां जो साडा ये मनुखा गेड़ा सफल हो जाए, सानू भी वार वार जुन्ना विच ना भटकना पवे। पर बहुतात लोग असी गुरबाणी नहीं पढ़ते। सवेरे उठ के असी बैड उत्ते चाह पी लेने आ, पर कभी सोचा गुरु साहब की कहते हैं, जड़ी असी मूँह भी नहीं धोता, बाणी भी नहीं पढ़ी, वाहिगुरु भी नहीं मूँह तो आख्या। सतगुरु कहते जो कुकर जूठन में पाए, नाम बिना जो पहरे खाए, क्यों कुकर जूठन में पाए। मैनू माफ़ करना, गुरबाणी कहती है, कहते जिवें कुत्ता जूठे भांडे विच मूँह पाउंदा है, बंदा जेकर सिमरन करन तो बिना, गुरबाणी पढ़न तो बिना तू कोई भी जल पानी छकदा है, कहते जिवें कुत्ता एक जूठे भांडे विच मूँह पाउंदा, ओहदे अते तेरे विच कोई फर्क नहीं। नाम बिना जो पहरे खाए, जो कुकर जूठन में पाए। इसलिए संगत जी दिने उठते हैं, इशनान पानी करके नितनेम करके रब रब करके फिर जल पानी छकिया करो, तां जो साडा भी ये जीवन सफल होवे। सो साध संगत जी समय जो समाप्ति है, अज का जो समागम साडे बहुत ही सत्कारयोग माता बलविंदर कौर जो कि अकाल पुरख वालों बख्शिश की हुई सवासां की पूंजी नूं भोग के अज तो कुछ दिन पहला परिवार नूं सदा वास्ते विछोड़ा दे गए हैं। संगत जी आप सारे ही उन्हां दे निमित्त उन्हां दी अंतिम अरदास अंदर शामिल होने वास्ते आए हाँ, अते अरदास करते हैं सतगुरु जी रहमत करन, किरपा करन, उन्होंने अपने चरणों में निवास बख्शिश करन। मनुख जीव प्राणी कलयुगी जीव है, संसार के विचरदियाँ बेअंती गलतियां भुलां त्रुटियां हो जांदियां ने। सतगुरु जी बख्शण जोगन बख्श रहना, सदैव काल माता जी ने अपने चरणों में निवास बख्शिश करना।
ਆਈ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਦਰ ਦੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਕੀਤਾ ਹੋਇਆ ਸਤਿਗੁਰੂ ਜੀ ਲੇਖੇ ਵਿੱਚ ਲਾਉਣ। ਸੋ ਆਓ ਸੰਗਤ ਜੀ, 5 ਮਿੰਟ ਦਾ ਸਮਾਂ ਹੋਰ ਹੈ, ਆਪਾਂ ਸਾਰੇ ਰਲ ਕੇ ਅਸੀਸ ਦਾ ਸ਼ਬਦ ਗਾਇਨ ਕਰੀਏ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਉ ਮੇਲ। ਬਹੁਤ ਹੀ ਸੌਖਾ ਸ਼ਬਦ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਨਿਤ ਨਿਤ ਜੀੜ ਸੰਭਾਲਿਆ, ਦੇਖਦਾ ਤੇ ਮਨਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਕਿਸ ਦਾਤ ਕਵਨ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਜੋ ਹੋਵੇ ਸਾਹਿਬ ਸਿਉ ਮੇਲ, ਹੋਵੇ ਸਾਹਿਬ ਸਿਉ ਮੇਲ, ਹੋਵੇ ਸਾਹਿਬ ਸਿਉ ਮੇਲ। ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਕੇ ਪਹੁੰਚਾ, ਸਤੜੇ ਨਿਤ ਭਵਨ, ਸਦਨ ਹਾਰਾ ਸਿਮਰਿਐ, ਨਾਨਕ ਸੇ ਦਿਆਵਨ। ਸਦਨ ਹਾਰਾ ਸਿਮਰਿਐ, ਨਾਨਕ ਸੇ ਦਿਆਵਨ, ਜੋ ਹੋਵੇ ਸਾਹਿਬ ਸਿਉ ਮੇਲ, ਜੋ ਹੋਵੇ ਸਾਹਿਬ ਸਿਉ ਮੇਲ, ਹੋਵੇ ਸਾਹਿਬ ਸਿਉ ਮੇਲ। ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਜੋ ਹੋਵੇ ਸਾਹਿਬ ਸਿਉ ਮੇਲ, ਹੋਵੇ ਸਾਹਿਬ ਸਿਉ ਮੇਲ, ਹੋਵੇ ਸਾਹਿਬ ਸਿਉ ਮੇਲ। ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਦੇਹੋ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਜੋ ਹੋਵੇ ਸਾਹਿਬ ਸਿਉ ਮੇਲ, ਜੋ ਹੋਵੇ ਸਾਹਿਬ ਸਿਉ ਮੇਲ। ਰਾਗ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਬੁਝੀਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਉਣੀਆਂ, ਸ਼ਬਦੋ ਤਾਂ ਗਾਓ ਹਈ ਤੇਰਾ ਮਨ ਜਿਨੇ। ਕਹਿ ਨਾਨਕ ਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਲੋਕ ਸਭ ਸਾਰੇ ਅੰਗੀਕਾਰੋ ਕਰੇ
ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗੈ ਮਸਕਤ ਘਾ ਨਾਨਕ ਤੇ ਮੁਖੀ ਉਜਲੇ ਕਿਰਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾ ਨਾਨਕ ਤੇ ਮੁਖੀ ਉਜਲੇ ਕਿਰਤੀ ਛੁੱਟੀ ਨਾਲ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚ ਪਿਤਾ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀ ਦਾ ਫਰਮਾਨ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਭੱਲੇ ਆਵੇ ਨਾਨਕਾ ਸਤੇ ਉਠੀ ਜਾਹੇ ਦੇ ਮਹਾਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਮਾਤ ਲੋਕ ਤੇ ਆਏ ਸਨ। ਦਿੱਤੀ ਹੋਈ ਆਰਜੂ ਨੂੰ ਭੋਗ ਕੇ ਕੁਝ ਦਿਨ ਪਹਿਲਾਂ ਲੋਕ ਤੋਂ ਪਰਲੋਕ ਸੁਧਾਰ ਗਏ ਸਨ। ਉਹਨਾਂ ਦੀ ਰੂਹ ਦੇ ਭਲੇ ਵਾਸਤੇ ਦਸਵੇਂ ਦੇ ਸੰਬੰਧ ਵਿੱਚ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਧੁਰਕੀ ਬਾਣੀ ਆਈ। ਤਿਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾ ਕਰਕੇ ਸੰਪੂਰਨ ਭੋਗ ਪਵਾਏ। ਉਪਰੰਤ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਸਜਿਆਂ ਦੀਵਾਨਾਂ ਦੇ ਵਿੱਚ ਆਪ ਜੀ ਦਾ ਫਰਮਾਨ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪਿਛਾ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਤਿਓ ਹਰ ਹਰ ਕਥਾ ਪੜੇ ਪ੍ਰਾਨ ਦੇ ਮਹਾਵਾਕਾਂ ਅਨੁਸਾਰ ਜੀਓ। ਮਹਾਵਾਕਾਂ ਅਨੁਸਾਰ ਗੁਰਮਤਿ ਵਿਚਾਰਾਂ ਹੋਈਆਂ। ਗੁਰਮਤਿ ਵਿਚਾਰਾਂ ਤੋਂ ਉਪਰੰਤ ਰਾਗੀਆਂ ਸਿੰਘਾਂ ਵੱਲੋਂ ਵਿਛੜੀ ਹੋਈ ਰੂਹ ਦੇ ਨਿਮਿਤ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਗੁਰਬਾਣੀ ਦਾ ਮਹਾਤਮ ਵਿਛੜੀ ਹੋਈ ਰੂਹ ਨੂੰ ਬਖਸ਼ਣਾ, ਆਪ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਗੁਰਮਤਿ ਵਿਚਾਰਾਂ ਕਰਦਿਆਂ ਗੁਰਬਾਣੀ ਦਾ ਕੀਰਤਨ ਕਰਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਅੱਗੇ ਵਾਸਤੇ ਸੁਧ ਗੁਰਬਾਣੀ ਦਾ ਕੀਰਤਨ ਗੁਰਮਤਿ ਵਿਚਾਰਾਂ ਕਰਨ ਦੀ ਸਮੱਤ ਬਖਸ਼ਣੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪ ਜੀ ਦੇ ਪਾਵਨ ਸਥਾਨਾਂ ਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਹਰ ਇੱਕ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਹਾਜ਼ਰੀਆਂ ਲੇਖੇ ਵਿੱਚ ਲਾਉਣੀਆਂ। ਤਿਲ ਫੁੱਲ ਭੇਟਾ ਕੀਤਾ ਗਿਆ, ਆਪ ਜੀ ਦੇ ਦਰ ਤੇ ਪ੍ਰਵਾਨ ਕਰਨਾ, ਆਪ ਦੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਜੀ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਗੁਰਬਖਸ਼ ਦਾ ਭਲਾ। ਰੇ ਨਾਰ ਇਹ ਸਾਚੀ ਜੀ ਧਾਰ
ਪਹਿਲਾਂ ਕੌਮ ਦੇ ਮਹਾਨ ਸ਼ਹੀਦ ਪੂਰਨ ਬ੍ਰਹਮ ਗਿਆਨੀ ਬਾਬਾ ਤਾਰਾ ਸਿੰਘ ਜੀ, ਉਹਨਾਂ ਦੇ ਹਜ਼ੂਰੀ ਰਾਗੀ ਭਾਈ ਨਵਦੀਪ ਸਿੰਘ ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਉਹ ਵਿਛੜੀ ਰੂਹ ਵਾਸਤੇ ਕੀਰਤਨ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਦਾ ਜੋ ਹੁਕਮ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਵੇਂ ਪਾਤਸ਼ਾਹ ਕਹਿੰਦੇ ਆ, ਚਿੰਤਾ ਕਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਸ ਮਾਰਗ ਸੰਸਾਰ ਮੇਂ ਨਾਨਕ ਥਿਰਨੀ ਕੋਏ। ਭਰਾਓ, ਸਤਿਗੁਰੂ ਕਹਿੰਦੇ ਚਿੰਤਾ ਤਦ ਕਰੋ ਜੇ ਤੁਹਾਡੇ ਕੱਲਿਆਂ ਨਾਲ ਇਹ ਕਹਾਣੀ ਵਾਪਰੀ ਹੈ। ਦੁਨੀਆ ਦੇ ਉੱਤੇ ਕੋਈ ਉਹ ਘਰ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਹੜਾ ਬਾਂਹ ਖੜੀ ਕਰਕੇ ਇਹ ਗੱਲ ਆਖੇ ਵੀ ਮੇਰੇ ਨਾਲ ਇਹ ਭਾਣਾ ਵਰਤਿਆ। ਪਰ ਜਿੱਥੋਂ ਤੱਕ ਮਾਂ ਪਿਓ ਦੀ ਗੱਲ ਆ, ਉਹ ਬੜੀ ਵੱਡੀ ਇੱਕ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਂ ਨੂੰ ਆਪਣੇ ਬਰਾਬਰ ਰੁਤਬਾ ਦਿੱਤਾ ਹੈ। ਕਿਉਂਕਿ ਜਦੋਂ ਨਿੱਕਾ ਜਿਹਾ ਬੱਚਾ ਹੁੰਦਾ ਹੈ ਤੇ ਮਾਪੇ ਕਿਸ ਤਰ੍ਹਾਂ ਜਿਉਂ-ਜਿਉਂ ਬੱਚਾ ਜਵਾਨ ਹੁੰਦਾ ਹੈ ਤੇ ਮਾਪਿਆਂ ਦੀਆਂ ਸਦਰਾਂ ਵੀ ਓਨੀਆਂ ਹੀ ਉੱਚੀਆਂ ਹੁੰਦੀਆਂ ਜਾਂਦੀਆਂ ਨੇ ਵੀ ਕੱਲ੍ਹ ਨੂੰ ਮੇਰਾ ਪੁੱਤ ਡਾਕਟਰ ਬਣੂ, ਸਾਇੰਸਦਾਨ ਬਣੂ, ਕੁਛ ਬਣੂ। ਉਹ ਕੁਦਰਤ ਦੇ ਵਾਸਿਆ ਕਿਹੜੇ ਪਾਸੇ ਜਾਣਾ ਹੈ। ਪਰ ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਆ। ਆਪਾਂ ਸਾਰਿਆਂ ਨੇ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ। ਪਰ ਮਾਂ ਦੇ ਪਰਥਾਏ ਬੜੇ ਬੜੇ ਸੂਰਬੀਰ ਬਹਾਦਰ, ਜਿਨ੍ਹਾਂ ਨੇ ਦੁਨੀਆ ਫਤਿਹ ਕੀਤੀ, ਜਿਨ੍ਹਾਂ ਨੂੰ ਤੋਪਾਂ ਦੀਆਂ ਸਲਾਮੀਆਂ ਹੁੰਦੀਆਂ ਰਹੀਆਂ। ਅਕਬਰ ਬਾਦਸ਼ਾਹ ਵਰਗੇ ਵੀ ਜਿੱਦਣ ਉਹਦੀ ਮਾਂ ਪੂਰੀ ਹੋ ਗਈ ਸੀ ਤੇ ਉਹਦੇ ਟਹਿਲਕਾਰਾਂ ਨੇ ਪੁੱਛਿਆ ਸੀ ਵੀ ਬਾਦਸ਼ਾਹ ਤੇਰੇ ਚਿਹਰੇ ਦੇ ਉੱਤੇ ਇੰਨੀ ਖੁਸ਼ੀ ਨਹੀਂ। ਜਿਹੜੇ ਸੱਜਣ ਮਿੱਤਰ ਹੁੰਦੇ ਉਹ ਪੁੱਛ ਲੈਂਦੇ ਨੇ, ਤੁਹਾਨੂੰ ਤੋਹਫਾ ਸਲਾਮੀ ਦਿੰਦੀਆਂ ਨੇ। ਪਰ ਅਕਬਰ ਬਾਦਸ਼ਾਹ ਨੇ ਕਿਹਾ ਸੀ ਕੋਈ ਮੈਨੂੰ ਬਾਦਸ਼ਾਹ ਆਖੂਗਾ, ਕੋਈ ਮੈਨੂੰ ਰਾਜਾ ਆਖੂਗਾ, ਪਰ ਇਹ ਮਹੱਲਾਂ ਦੇ ਵਿੱਚੋਂ ਅੱਜ ਉਹ ਆਵਾਜ਼ ਖਤਮ ਹੋ ਗਈ ਸਦਾ ਵਾਸਤੇ, ਜਿਹੜੀ ਬੇਅਕਬਰਾ ਆਖ ਕੇ ਮੈਨੂੰ ਆਵਾਜ਼ ਮਾਰਦੀ ਸੀ। ਭਾਵੇਂ ਭੈਣ ਜੀ ਬਲਵਿੰਦਰ ਕੌਰ ਦੇ ਸਿਰ ਤੋਂ ਪਤੀ ਦਾ ਸਾਇਆ ਉੱਠ ਗਿਆ ਸੀ, ਨੌਜਵਾਨ ਬੱਚੇ ਵੀ ਜਵਾਨੀ ਦੀ ਦਲੀਲ ਤੇ ਸੀ, ਪਰ ਉਸ ਵਕਤ ਸੰਭਾਲਣਾ ਸਾਰਾ ਕੁਝ, ਕਾਰੋਬਾਰ ਨੂੰ ਸੰਭਾਲਣਾ ਬੜਾ ਔਖਾ ਹੁੰਦਾ। ਪਰ ਆਪਦੀ ਸੂਝ ਬੁੱਧੀ ਦੇ ਨਾਲ ਉਹਨੇ ਸਾਰੇ ਕਾਰੋਬਾਰ ਨੂੰ ਸੈੱਟ ਕਰਕੇ ਰੱਖਿਆ, ਬੱਚਿਆਂ ਨੂੰ ਵੀ ਸੈੱਟ ਕੀਤਾ। ਇਹ ਬਹੁਤ ਵੱਡੀ ਸਿਆਣਪ ਆ, ਸਿਆਣੀ ਮਾਂ ਦੀ ਗੱਲ ਹੈ। ਪਰ ਇਹ ਕੁਦਰਤ ਦਾ ਹੁਕਮ ਹੈ ਭਰਾਓ, ਜ਼ਰੂਰੀ ਨਹੀਂ। ਪਰ ਜੇ ਅੱਥੀ ਮਾਪਿਆਂ ਦੀ ਪੁੱਤਾਂ ਦੇ ਮੋਢਿਆਂ ਤੇ ਜਾਵੇ ਤੇ ਉਹ ਸੋਹਣੀ ਲੱਗਦੀ ਹੈ। ਪਰ ਕਈ ਵਾਰ ਕੁਦਰਤ ਦਾ ਹੁਕਮ ਆ, ਉਹ ਬੱਚਿਆਂ ਦੀ ਅੱਥੀ ਵੀ ਸ਼ਾਇਦ ਮਾਪਿਆਂ ਦੇ ਮੋਢੇ ਤੇ ਜਾ ਸਕਦੀ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਤੇ ਭਰੋਸਾ ਰੱਖਣਾ ਚਾਹੀਦਾ ਭਰਾਓ। ਮੇਰੇ ਤੋਂ ਬਾਅਦ ਵੀਰ ਮੇਰੇ ਤਰਕਸ਼ੀਲ ਵਾਲੇ ਵੀ ਆਏ, ਉਹਨਾਂ ਬੋਲਣਾ, ਪਰ ਮੈਂ ਥੋੜੀ ਜਿਹੀ ਤਰ ਕਰਕੇ ਵਿਸ਼ੇ ਤੋਂ ਬਾਹਰ ਜਾਣਾ ਹੈ। ਦੁਨੀਆ ਦਾ ਮੰਨਿਆ ਸਾਇੰਸਦਾਨ ਵਾਸ਼ੂ ਭਾਰਦਵਾਜ, ਭਰਾਓ, ਜਿਹੜੇ 5 ਬੰਦੇ ਚੰਦਰਮਾ ਦੇ ਦੁਨੀਆ ਦੇ ਵਿੱਚ ਪਹਿਲੋਂ ਗਏ ਸੀ, ਉਹਨਾਂ 'ਚ ਉਹ ਇਨਸਾਨ ਗਿਆ ਸੀ। ਉਹਦੀ ਜਿਹੜੀ ਵਾਈਫ ਸੀ, ਘਰ ਦੀ ਸੀ, ਉਹ ਮਹਾਰਾਜ ਨੂੰ ਮੰਨਦੀ ਸੀ। ਇੱਥੋਂ ਤੱਕ ਨੌਬਤ ਆ ਗਈ ਵੀ ਹੱਡੀਆਂ ਦਾ ਢਾਂਚਾ ਲੈ ਕੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਗਏ, ਤੇ ਜਿੱਥੇ ਦੋਵੇਂ ਨਿਸ਼ਾਨ ਸਾਹਿਬ ਆਪਣੇ ਝੂਲਦੇ, ਉਹਨਾਂ ਦੇ ਪਿੱਛੇ ਕਮਰੇ ਆ ਜਿਨ੍ਹਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਨੇ ਆਰੰਭ ਕਰਵਾਇਆ, ਉਹਦੀ ਬੇਟੀ ਨੇ, ਤੇ ਉਹਨਾਂ ਨੇ ਉਹਨਾਂ ਨੂੰ ਭਰੋਸਾ ਸੀ। ਪਰ ਉਹ ਸਾਇੰਸਦਾਨ ਹੋ ਕੇ ਇਹ ਗੱਲ ਨੂੰ ਨਹੀਂ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਰੱਬ ਆ। ਕੁਦਰਤ ਦਾ ਸਿਸਟਮ ਇਹੋ ਵਰਤਿਆ, ਜਦੋਂ ਮੱਧ ਦਾ ਪਾਠ ਹੋਇਆ, ਜਦੋਂ ਅੱਧ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਆਇਆ, ਤੇ ਵਾਸ਼ੂ ਭਾਰਦੇਵ ਨੇ ਸਟੈਚਰ ਤੇ ਭਰਾਓ ਰੇੜੀ ਤੇ ਪਾ ਕੇ ਉਹਨੂੰ ਅੰਦਰ ਲੈ ਕੇ ਆਏ ਤੇ ਲੰਮੇ ਪਾਇਆ। ਉਹਦੀ ਬੇਟੀ ਨੇ ਉਸ ਵਕਤ ਤਸਵੀਰ ਆਪਣੇ ਕੋਲ ਨਹੀਂ, ਅੱਜ ਤੋਂ ਪੁਰਾਣੀ ਗੱਲ ਹੈ, ਉਸ ਵਕਤ ਉਹਦੇ ਕੋਲ ਮੋਬਾਈਲ ਵੱਡਾ ਸੀ, ਉਹਨੇ ਕਲਿੱਕ ਕਰਕੇ ਉਹ ਤਸਵੀਰ ਲਈ ਸੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚੋਂ ਇੱਕ ਦੁੱਧ ਰੰਗ ਦੀ ਧਾਰ ਨਿਕਲੀ ਤੇ ਜਿਹੜੀ ਉਹਦੇ ਮੱਥੇ ਤੇ ਟਕਰਾਈ। ਉਹ ਬੰਦੇ ਨੂੰ ਰੱਬ ਨੇ ਜ਼ਿੰਦਗੀ ਦੁਬਾਰਾ ਦੇ ਦਿੱਤੀ ਤੇ ਸਟੇਟਾਂ ਤੇ ਚੜ੍ਹ ਕੇ ਗਿਆਨੀ ਸੰਤ ਸਿੰਘ ਮਸਕੀਨ ਜੀ ਹੁਣੀ ਵੀ ਉਹਨੂੰ ਵਿਖਾਉਂਦੇ, ਤੁਸੀਂ ਅੱਜ ਵੀ YouTube ਤੇ ਕੱਢ ਕੇ ਵੇਖ ਸਕਦੇ ਜੋ। ਉਹ ਐਂਡ ਤੱਕ ਸੋਚਦਾ ਰਿਹਾ ਵੀ ਜਿਹੜੀ ਅੰਦਰੋਂ ਧਾਰ ਨਿਕਲ ਕੇ ਆਈ ਸੀ ਉਹ ਕੀ ਆ, ਜਿਹੜੀ ਮੇਰੇ ਮੱਥੇ ਨਾਲ ਟਕਰਾਈ ਆ।
ਉਹ ਅਸਲੀ ਰੱਬ ਮੰਨਦਾ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨੂੰ। ਪਰ ਅਸੀਂ ਕੀ ਮੰਨਦੇ? ਅਸੀਂ ਦਿਨੇ ਮੱਥਾ ਟੇਕ ਲਿਆ ਤੇ ਇਹ ਸੋਚਿਆ ਵੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਸੁਖ ਮਿਲੂਗਾ ਤੇ ਆਸਾ ਦੀ ਵਾਰ ਪੜ੍ਹਿਆ ਆਸਾ ਪੂਰੀਆਂ ਹੋਣਗੀਆਂ। ਤੇ ਆਣ ਕੇ ਮੱਥਾ ਟੇਕ ਗਏ ਆਪਾਂ। ਅੱਜ ਅੰਤਮ ਅਰਦਾਸ ਆ ਭਰਾਓ, ਅੰਤਮ ਅਰਦਾਸ। ਤੇ ਅੰਤਮ ਅਰਦਾਸ ਕਾਹਦੀ? ਮਹੀਨੇ ਨੂੰ ਤਾਂ 2 ਮਹੀਨਿਆਂ ਨੂੰ ਤੁਹਾਂ ਇਕੱਠੇ ਹੋ ਕੇ ਭੈਣਾਂ ਨੇ ਆਖਣਾ ਉਹਦਾ ਵਰੀ ਨਾ ਕਰਾਓ। ਫਿਰ ਉਹ ਅੰਤਮ ਅਰਦਾਸ ਮੰਨਾਂਗੇ ਕਿ ਇਹਨੂੰ? ਸਾਨੂੰ ਵਿਸ਼ਵਾਸ ਨਹੀਂ ਗਾ। ਜੇ ਵਿਸ਼ਵਾਸ ਹੋਵੇ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਾਵੇਂ ਪੁੱਤ ਦੀ ਅੱਥੀ ਮੋਢਾ ਤੇ ਕਿਉਂ ਨਾ ਹੋਵੇ, ਫਿਰ ਸਤਿਗੁਰ ਸੱਚੇ ਪਾਤਸ਼ਾਹ ਆਪ ਹੌਸਲਾ ਦਿੰਦਾ, ਆਪ ਮੋਢਿਆਂ ਤੇ ਹੱਥ ਰੱਖਦਾ। ਆਪਾਂ ਕਿਹੜੇ ਦਾਨ ਤੁਰ ਪਏ? ਸਾਡੀ ਕੌਮ ਉਹ ਆ ਜਿਸ ਕੌਮ ਦੇ ਕੋਲ ਏਡਾ ਵੱਡਾ ਖਜ਼ਾਨਾ। ਭਰਾਓ ਇਹ ਗੱਲਾਂ ਕਰਨੀਆਂ ਬੰਦੀਆਂ ਨਹੀਂ, ਪਰ ਕਰਾਂਗੇ ਕਦੋਂ? ਪਰ ਅਸੀਂ ਕਿਰਾਏ ਕਿਉਂ ਪਏ ਆ? ਕਿਉਂ ਅਸੀਂ ਆਨੇ ਮੱਝ ਨਹੀਂ ਮਿਲਦੀ ਤੇ ਪੇੜਾ ਕਰਕੇ ਦੇ ਤੇ ਫਲਾਣ ਕਰਕੇ ਦੇ? ਕੱਖ ਨਹੀਂ ਜਾਏਗਾ ਭਰਾਓ। ਗੁਰੂ ਗ੍ਰੰਥ ਸਾਹਿਬ ਦੇ ਕੋਲ ਆਣ ਕੇ ਸਾਡੇ ਵੱਡ ਵਡੇਰੇ ਜਿਨ੍ਹਾਂ ਨੂੰ ਅਸੀਂ ਅਨਪੜ੍ਹ ਮੰਨਦੇ, 700 ਸਾਲ ਰਾਜ ਕਰਨ ਵਾਲੇ ਬੰਦੇ, ਉਹਨਾਂ ਨੇ ਜਦੋਂ ਉੱਥੋਂ ਲਾਲ ਕਿਲੇ ਦੇ ਉੱਤੋਂ ਕਬਜ਼ਾ ਕੀਤਾ ਸੀ ਨਾ ਬਾਬੇ ਬਘੇਲ ਸਿੰਘ ਨਾ, ਉਹਨਾਂ ਲੋਕਾਂ ਨੇ 700 ਸਾਲ ਰਾਜ ਕੀਤਾ ਸੀ। ਤੇ ਉਹ ਜਿਹੜੀ ਸਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੈਰਾਂ 'ਚ ਲਿਆਣ ਕੇ ਸੁੱਟੀ ਆ ਨਾ, ਉਹਦੇ ਤੇ ਬਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਫਤਵਾ ਸੁਣਾਇਆ ਗਿਆ ਸੀ, ਭਾਈ ਮਤੀਦਾਸ ਨੂੰ, ਸਤੀਦਾਸ ਨੂੰ, ਉਹਨਾਂ ਸੂਰਬੀਰ ਯੋਧਿਆਂ ਨੂੰ। ਤੇ ਉਸ ਵਕਤ ਉਹ ਰਾਜੇ ਨੂੰ ਕੈਦ ਕਰ ਲਿਆ ਤੇ ਉਹਦੀ ਬੇਗਮ ਜਿਹੜੀ, ਉਹਦੀ ਬੇਗਮ ਨੇ ਤਰਲਾ ਮਾਰ ਕੇ ਆਖਿਆ ਸੀ ਵੀ ਸਾਨੂੰ ਰਾਜ ਭਾਗ ਦੇ ਦਿਓ। ਤੇ ਸਿੱਖਾਂ ਨੇ ਆਖਿਆ ਰਾਜ ਭਾਗ ਦੀ ਗੱਲ ਕਿਹੜੀ ਬਾਬੇ ਬਘੇਲ ਸੁਣਿਆ ਹੈ, ਤਾਂ ਜਦੋਂ ਅਸੀਂ ਮਰਜ਼ੀ ਲੈ ਲਾਂਗੇ, ਆਪਾਂ ਉਹਨਾਂ ਦੇ ਵਾਰਸ ਹਾਂ। ਤੇ ਗੁਰੂ ਤੇ ਭਰੋਸਾ ਰੱਖਿਆ ਕਰੋ। ਮਾਂ ਭਰਾਓ, ਮਾਂ ਤੋਂ ਵੱਡਾ ਕੋਈ ਦੁਨੀਆ ਦੇ ਉੱਤੇ ਰਿਸ਼ਤਾ ਨਹੀਂ ਮਾਪਿਆਂ ਦਾ। ਆਪਾਂ ਮਿਹਨੇ ਆ ਬੜੇ ਬੜੇ ਆਸ਼ਰਮਾਂ ਦੇ ਵਿੱਚ ਉਹਨਾਂ ਦੇ ਮਾਪੇ ਰੋਲਦੇ ਨੇ ਭਰਾਓ, ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਤਾਂ ਕੀ, ਜਿਨ੍ਹਾਂ ਨੇ ਲੋਕਾਂ ਦੇ ਧੀਆਂ ਪੁੱਤਾਂ ਨੂੰ IPS ਬਣਾਇਆ ਹੈ, ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਘਰੋਂ ਕੱਢਤਾ। ਮਾਪੇ ਨਹੀਂ ਲੱਭਦੇ। ਕਿਉਂ? ਜੇ ਅਸੀਂ ਪਿੱਛੇ ਲੈ ਜਾਈਏ, ਝਾਤੀ ਮਾਰੀਏ, ਜਦੋਂ ਅਸੀਂ ਮਾਸੂਮ ਹੁੰਦੇ ਹਾਂ ਉਦੋਂ ਸਾਡੀ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਹੈ। ਤੇ ਜਦੋਂ ਅਸੀਂ ਵੱਡੇ ਹੋ ਜਾਂਦੇ ਤੇ ਉਹਨਾਂ ਨੂੰ ਅਸੀਂ ਆਨੇ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਗਾ, ਸਾਨੂੰ ਸਾਰਾ ਪਤਾ। ਭਰਾਓ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਪੂਰਾ ਵਿਸ਼ਵਾਸ ਰੱਖਿਆ ਕਰੋ। ਕੋਈ ਗੱਲ ਨਹੀਂ, ਕਿਸੇ ਕੋਲ ਜਾਣ ਦੀ ਲੋੜ ਨਹੀਂ। ਜੋ ਸਾਡੇ ਕਰਮਾਂ ਦਾ ਹੈ ਨਾ ਉਹੋ ਹੀ ਹੋਣਾ। ਬਾਬਾ ਫਰੀਦ ਜੀ ਨੇ ਡੈਂਕੇ ਤੇ ਚੋੜ ਲਾ ਕੇ ਗੱਲ ਆਖੀ, ਫਰੀਦਾ ਜਿਸ ਦਿਹਾੜੇ ਧਨਵਰੀ ਸਾਏ ਲਏ ਲਖਾ। ਉਹਦਾ ਜਿੱਦਣ ਜੰਮਿਆ ਹੈ ਨਾ, ਜਿਤਨਾ ਸਾਰਾ ਸਰਟੀਫਿਕੇਟ ਤੇਰਾ ਤਿਆਰ ਹੋ ਗਿਆ ਵੀ ਕਿਸ ਤਰ੍ਹਾਂ ਜ਼ਿੰਦਗੀ 'ਚ ਤੂੰ ਕੀ ਕਰਨੀ। ਤੇ ਜਦੋਂ ਅਸੀਂ ਗੁਰੂ ਨਾਲ ਟੁੱਟ ਕੇ ਬਾਹਰ ਧੱਕੇ ਧੋੜੇ ਖਾਵਾਂਗੇ ਤੇ ਹੋਰ ਔਖੇ ਹੋਵਾਂਗੇ। ਕਿਉਂ? ਜੇ ਸਤਿਗੁਰ ਸੱਚੇ ਪਾਤਸ਼ਾਹ ਤੇ ਭਰੋਸਾ ਰੱਖਾਂਗੇ ਤੇ ਇਹ ਤਾਂ ਸਾਡੀ ਥੰਮੀ ਆ। ਸਾਡੀ ਭੈਣ ਜੀ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਆਪਦੇ ਪਰਿਵਾਰ ਨੂੰ ਅੱਗੇ ਲੈ ਕੇ ਚੱਲੇ, ਕਿਉਂਕਿ ਗੁਰਬਾਜ ਸਿੰਘ ਬਹੁਤ ਸਿਆਣੇ ਨੇ, ਪ੍ਰਧਾਨ ਨੇ ਆੜਤੀਆਂ ਸਾਰਿਆਂ ਦੇ। ਤੇ ਬੜੀ ਦੁੱਖ ਦੀ ਗੱਲ ਆ, ਕਿਉਂਕਿ ਜਦੋਂ ਮਾਂ ਵਿਚਾਰੀ ਨਾਲ ਗੱਡੀ ਦੇ ਵਿੱਚ ਜਾਂਦੀ ਸੀ ਸ਼ਹਿਰ ਨੂੰ ਤੇ ਬਾਦਸ਼ਾਹਾਂ ਦਾ ਸਾਰੇ ਰਾਹ ਗੱਲਾਂ ਕਰਦੀ ਗਈ। ਪ੍ਰੋਫੈਸਰ ਸਵਰਨ ਸਿੰਘ ਨੇ ਲਿਖਿਆ, ਕਹਿੰਦਾ ਦੁਨੀਆ ਦਾ ਕੁੱਲ ਤੋਂ ਬੰਦਾ ਮੈਂ ਅਮੀਰ ਆ। ਚਾਹੇ ਮੇਰੇ ਭਰਾ ਵਿਦੇਸ਼ ਰਹਿੰਦੇ ਸੀ, ਭਾਵੇਂ ਕਿੰਨੇ ਵੀ ਅਮੀਰ ਸੀ, ਕਿਉਂਕਿ ਮੈਂ ਆਪਦੀ ਮਾਂ ਦੀ ਗੋਦ ਦੇ ਵਿੱਚ ਪਹਿਲਾ ਸਾਹ ਲਿਆ ਸੀ ਤੇ ਆਖਰੀ ਸਾਹ ਮੇਰੀ ਮਾਂ ਨੇ ਮੇਰੇ ਗੋਡੇ ਤੇ ਸਿਰ ਰੱਖ ਕੇ ਲਿਆ ਹੈ। ਭਰਾਓ ਜਿਹੜੇ ਮਾਪਿਆਂ ਦੀ ਸੇਵਾ ਕਰਦੇ ਆ, ਮਾਂ ਪਿਓ ਦੀ, ਉਹ ਕਿਤੇ ਉਹਨਾਂ ਨੂੰ ਘਾਟਾ ਨਹੀਂ ਸਤਿਗੁਰ ਨੇ ਰਹਿਣ ਦੇਣਾ। ਤਗੜੇ ਹੋ ਕੇ ਭਰਾਓ ਇਲਾਜ ਕਰਾਇਆ ਕਰੋ। ਕਈ ਬਿਮਾਰੀਆਂ ਇਹੋ ਜਿਹੀਆਂ ਨੇ ਆਪਾਂ ਬਾਬਿਆਂ ਦੇ ਕੋਲ ਤੁਰ ਜਾਂਦੇ ਨਾ, ਕੱਖ ਨਹੀਂ ਜੋ ਹੈਗਾ ਇਹਨਾਂ ਦੇ ਕੋਲ, ਉਹਦਾ ਇਲਾਜ ਹੈ, ਡਾਕਟਰੀ ਇਲਾਜ ਆ, ਉਹਨੂੰ ਵੀ ਜ਼ਰੂਰੀ ਮੰਨਣਾ। ਕਈਆਂ ਨੇ ਆਪਦੇ ਧੀਆਂ ਪੁੱਤ ਕਈ ਲੈ ਜਾਂਦੇ, ਬਾਬਾ ਰੱਖ ਦੇ ਤੂੰ ਆਹ ਕਰ ਦੂ, ਕੀ ਉਹਨਾਂ ਨੂੰ ਤਾਂ ਆਪ ਨੂੰ ਵਿਚਾਰਿਆਂ ਨੂੰ ਪਤਾ ਕਦੋਂ ਕੀ ਹੋ ਜਾਣਾ। ਉਹ ਬਾਬੇ ਨੂੰ ਪਤਾ ਜਿਹੜਾ 800-900 ਗੱਡੀ ਲੈ ਕੇ ਤੇ ਆਇਆ ਹੈ, ਪੇਚੀ ਤੇ ਉਹਨਾਂ ਫੜ ਕੇ ਅੰਦਰ ਮਾਰਿਆ। ਜੇ ਉਹਨੂੰ ਪਤਾ ਹੁੰਦਾ ਲੋਕਾਂ ਨੂੰ ਪੁੱਤ ਦੇਣ ਵਾਲਾ ਤੇ ਉਹਨੂੰ ਫੜ ਕੇ ਬਿੱਲੀ ਆਗੂ ਤਾੜਦਾ ਸੀ ਮਿੰਟ 'ਚ ਸਰਕਾਰ ਨੇ। ਭਰਾਓ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਰੱਖਿਆ ਕਰੋ। ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਸੁਣੋ ਤੇ ਸੁਣ ਕੇ ਉਹਦੇ ਵਿਚਾਰ ਕਰਨ ਦੀ ਲੋੜ ਆ। ਸਾਡੇ ਗੁਰੂ ਇਹ ਮਾਰਗ ਦੇ ਕੇ ਗਏ, ਐਡਾ ਵੱਡਾ ਖਜ਼ਾਨਾ ਸਾਨੂੰ। ਤੇ ਮੈਂ ਹੁਣ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ
ਸਾਡੇ ਭੈਣ ਜੀ ਬਲਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ, ਮਾਲਕਾ ਇਸ ਸੰਸਾਰ ਵਿੱਚ ਰਹਿੰਦਿਆਂ ਅਣਜਾਣੇ ਬਹੁਤ ਗਲਤੀਆਂ ਹੋ ਜਾਂਦੀਆਂ ਕਿ ਮਨੁੱਖ ਭੁੱਲਣ ਹਾਰੇ ਤੇ ਤੂੰ ਬਖਸ਼ਣਹਾਰ, ਤੇਰੇ ਤੋਂ ਵੱਡਾ ਕੋਈ ਬਖਸ਼ਣਹਾਰ ਨਹੀਂ ਗਏਗਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਤੇ ਪਰਿਵਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਲੇਰੀ ਤੇ ਭਾਣਾ ਮੰਨਣ ਦਾ ਬਲ ਬਖਸ਼ੀ ਤੇ ਗੁਰੂ ਘਰ ਦੇ ਨਾਲ ਸੱਚੇ ਪਾਤਸ਼ਾਹ ਆਪਦੇ ਚਰਨਾਂ ਨਾਲ ਕਿਤੇ ਲਾ ਲਈ, ਕਿਉਂ ਜਾਣਾ ਸਾਰਿਆਂ ਨੇ ਆ। ਮਹਾਰਾਜ ਨੇ ਹਰਾਣਾ ਰਾਓ ਨਾ ਕੋਈ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੂ ਆਪਣੀ ਕੋਈ ਨਾ ਬੰਨੇ ਧੀਰ, ਜਦੋਂ ਤੇਰਾ ਹੁਕਮ ਆ ਗਿਆ ਜਾਣਾ ਪੈਣਾ। ਪਰ ਇਹੋ ਜਿਹਾ ਨਾ ਹੋ ਕੇ ਜਾਈਏ ਵੀ ਮਗਰੋਂ ਲੋਕ ਲਾਹਨਤਾਂ ਪਾਉਣ। ਸਤਿਗੁਰ ਤੂੰ ਹੀ ਸਮੱਤ ਬਖਸ਼ਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਆਪਦੇ ਚਰਨਾਂ 'ਚ ਨਿਵਾਸ ਬਖਸ਼ੇ। ਹੁਣ ਮੈਂ ਬੇਨਤੀ ਕਰਾਂਗਾ ਰਜਗਰਾਲੀਆਂ ਤੋਂ ਪ੍ਰਧਾਨ ਤਰਕਸੀਰ ਸੁਸਾਇਟੀ ਦੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ 2 ਮਿੰਟ ਆਣ ਕੇ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ। ਸ਼੍ਰੀਮਤੀ ਬਲਵਿੰਦਰ ਕੌਰ ਜੀ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਤੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਭੈਣੋ ਭਰਾਓ, ਬਹੁਤ ਦੁੱਖਦਾਈ ਸਮਾਂ ਹੁੰਦਾ ਜਦੋਂ ਕੋਈ ਵੀ ਵਿਅਕਤੀ ਇਸ ਧਰਤੀ ਤੋਂ ਆਪਣੇ ਪਰਿਵਾਰ ਤੋਂ ਤੇ ਸਮਾਜ ਤੋਂ ਸਦਾ ਲਈ ਚਲੇ ਜਾਂਦਾ। ਜਿੱਥੋਂ ਤੱਕ ਮਨੁੱਖੀ ਸਰੀਰ ਦੀ ਗੱਲ ਵਾ, ਮਨੁੱਖੀ ਸਰੀਰ ਇੱਕ ਮਸ਼ੀਨਰੀ ਦੀ ਤਰ੍ਹਾਂ ਵਾ ਤੇ ਮਸ਼ੀਨਰੀ ਰੂਪੀ ਸਰੀਰ ਦੇ ਵਿੱਚ ਨੁਕਸ ਪੈ ਜਾਣਾ ਤੇ ਉਸ ਦਾ ਪੂਰੀ ਤਰ੍ਹਾਂ ਖਤਮ ਹੋਣਾ ਸੁਭਾਵਿਕ ਵਾ। ਜਿਵੇਂ ਮਾਤਾ ਜੀ ਹੋਰਾਂ ਦੀ ਮੌਤ ਹੋਈ ਹਾਰਟ ਅਟੈਕ ਦੇ ਨਾਲ, ਇਹ ਕੋਈ ਕੁਦਰਤੀ ਮੌਤ ਨਹੀਂ, ਇਹ ਗੈਰ ਕੁਦਰਤੀ ਮੌਤਾਂ ਵਾ ਤੇ ਗੈਰ ਕੁਦਰਤੀ ਮੌਤਾਂ ਦੀ ਗਿਣਤੀ ਸਾਡੇ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਵਿੱਚ 90% ਵਾ। ਜਦ ਕਿ ਫੋਰਨ ਕੰਟਰੀਆਂ ਦੇ ਵਿੱਚ ਜੇਕਰ ਅਸੀਂ ਮੌਤਾਂ ਦੀ ਗੱਲ ਕਰਦੇ ਹਾਂ ਤਾਂ ਸਿਰਫ 10% ਗੈਰ ਕੁਦਰਤੀ ਮੌਤਾਂ ਹੁੰਦੀਆਂ। ਤੇ ਗੈਰ ਕੁਦਰਤੀ ਮੌਤਾਂ ਦੇ ਵਿੱਚੋਂ ਮੈਂ ਹੈਲਥ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ, ਗੈਰ ਕੁਦਰਤੀ ਮੌਤਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਆ ਹਾਰਟ ਅਟੈਕ ਦੀ। ਮਾਤਾ ਜੀ ਨੂੰ ਜਿਵੇਂ ਤੁਹਾਨੂੰ ਪਤਾ ਕਿ ਹਾਰਟ ਅਟੈਕ ਹੋਇਆ, ਹਾਰਟ ਅਟੈਕ ਕਿਵੇਂ ਹੁੰਦਾ ਹੈ, ਉਸ ਤੋਂ ਬਚਣਾ ਕਿਵੇਂ ਹੈ, ਇਸ ਤੇ ਮੈਂ 2 ਮਿੰਟ ਗੱਲ ਕਰਾਂਗਾ। ਪਰ ਜੇਕਰ ਅਸੀਂ ਗੈਰ ਕੁਦਰਤੀ ਮੌਤਾਂ ਦੀ ਗੱਲ ਕਰਦੇ ਹਾਂ, ਇਹ ਹੁੰਦੀਆਂ ਕਿਵੇਂ ਆ? ਅਤੇ ਜੇਕਰ ਅਸੀਂ ਸਮਾਜ ਦੇ ਸਿਸਟਮ ਨੂੰ ਵੇਖਦੇ ਹਾਂ, ਸ਼ੁੱਧ ਹਵਾ ਨਹੀਂ ਮਿਲਦੀ, ਸ਼ੁੱਧ ਪਾਣੀ ਨਹੀਂ ਮਿਲਦਾ, ਸ਼ੁੱਧ ਵਾਤਾਵਰਨ ਨਹੀਂ ਮਿਲਦਾ, ਅਤੇ ਜਦੋਂ ਮਾਤਾ ਜੀ ਹੋਰਾਂ ਦੀ ਮੌਤ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਇਹ ਲੱਗਦਾ ਕਿ ਇਹਨਾਂ ਦੀ ਮੌਤ ਦੇ ਲਈ ਅਸੀਂ ਸਾਰੇ ਦੇ ਸਾਰੇ ਜ਼ਿੰਮੇਵਾਰ ਹਾਂ। ਜੇਕਰ ਅਸੀਂ ਕਿਸਾਨਾਂ ਦੇ ਨਾਲ ਗੱਲ ਕਰਦੇ ਹਾਂ, ਕਿਉਂ ਧੜਾ-ਧੜ ਖਾਦਾਂ ਪਾਈ ਜਾਂਦੇ ਜੇ, ਕਿਉਂ ਇੰਨੀਆਂ ਕੀਟਨਾਸ਼ਕ ਦਵਾਈਆਂ ਪਾਈ ਜਾਂਦੇ ਜੇ, ਕਿਉਂ ਧਰਤੀ ਦੀ ਉੱਪਰਲੀ ਪਰਤ ਦਾ ਬੇੜਾ ਗਰਕ ਕਰੀ ਜਾਂਦੇ ਜੇ, ਤਾਂ ਕਿਸਾਨ ਕਹਿੰਦੇ ਆ ਇਹ ਸਾਡੀ ਮਜਬੂਰੀ ਆ। ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਸਾਡਾ ਝਾੜ ਨਹੀਂ ਵੱਧਦਾ। ਹਰੀ ਕ੍ਰਾਂਤੀ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਸਰਕਾਰਾਂ ਦਾ ਸਿਸਟਮ ਪੂੰਜੀਪਤੀ ਵਰਗ ਦੇ ਨਾਲ ਰਲ ਕੇ ਸਾਨੂੰ ਉਹੋ ਹੀ ਸਿੱਖਿਆ ਦਿੱਤੀ ਕਿ ਵੱਧ ਤੋਂ ਵੱਧ ਝਾੜ ਲੈਣਾ ਕਿਵੇਂ ਆ। ਉਸ ਝਾੜ ਲੈਣ ਕਰਕੇ ਅਸੀਂ ਸਾਲਾਂ ਤੋਂ, ਦਹਾਕਿਆਂ ਤੋਂ ਉਸੇ ਤਰ੍ਹਾਂ ਹੀ ਅਸੀਂ ਕਰੀ ਜਾ ਰਹੇ ਹਾਂ। ਜਿਵੇਂ ਅੱਜ ਤੁਹਾਨੂੰ ਪਤਾ ਕਿ ਕਿਸਾਨ ਅੰਦੋਲਨ ਦੀ ਗੱਲ ਸਰਕਾਰਾਂ ਕੀ ਕਰ ਰਹੀਆਂ, ਕਿਵੇਂ ਕਰ ਰਹੀਆਂ, ਅਤੇ ਜਦੋਂ ਅਸੀਂ ਆਮ ਸਟੇਜਾਂ ਤੇ ਇਹ ਗੱਲ ਕਰਦੇ ਹਾਂ ਕਿ ਸਰਕਾਰਾਂ ਕਹਿੰਦੀਆਂ ਕੁਝ ਹੋਰ, ਵੱਧ ਕਰਦੀਆਂ ਕੁਝ ਹੋਰ ਹੁੰਦਾ, ਲੋਕਾਂ ਨੂੰ ਸਮਝ ਨਹੀਂ ਆਉਂਦੀ। ਪਰ ਕਿਸਾਨ ਅੰਦੋਲਨ ਤੋਂ ਬਾਅਦ ਤੁਹਾਨੂੰ ਇਹ ਸਮਝ ਲੱਗ ਗਈ ਹੋਵੇਗੀ। ਉਹ ਜੇਕਰ ਅਸੀਂ ਦੁੱਧ ਵੇਚਣ ਵਾਲੇ ਦੁੱਧੀਆਂ ਦੇ ਨਾਲ ਗੱਲ ਕਰਦੇ ਹਾਂ, ਕਿਉਂ ਉਸ ਦੇ ਵਿੱਚ ਖਾਦ ਘੋਲੀ ਜਾਂਦੇ ਜੇ, ਕਿਉਂ ਬਿਨਾਂ ਦੁੱਧ ਦੇ ਵਿੱਚੋਂ ਦੁੱਧ ਬਣਾਈ ਜਾਂਦੇ ਜੇ, ਅਤੇ ਜੇਕਰ ਦੁੱਧ ਦੀਆਂ ਡੇਅਰੀਆਂ ਦੇ ਨਾਲ ਹੈਲਥ ਡਿਪਾਰਟਮੈਂਟ ਵਿੱਚ ਡਿਊਟੀ ਕਰਦੇ ਹੋਏ ਅਸੀਂ ਜਦੋਂ ਉਹਨਾਂ ਦੀਆਂ ਇੰਟਰਵਿਊ ਲੈਂਦੇ ਆ ਤਾਂ ਬੜੀਆਂ ਹਾਸੋਹੀਣੀਆਂ ਗੱਲਾਂ ਹੁੰਦੀਆਂ, ਬੜਾ ਦੁੱਖ ਹੁੰਦਾ। ਇੱਕ ਮੈਂ ਦੋਧੀ ਤੋਂ ਪੁੱਛਿਆ, ਉਹ ਕਹਿੰਦਾ ਭਾਜੀ ਜਿਸ ਡੇਅਰੀ ਤੇ ਮੈਂ ਦੁੱਧ ਪਾਉਂਦਾ ਵਾਂ, ਅਸੀਂ ਕਹਿੰਦਾ 100 ਕਿਲੋ ਜਾਂ ਹੱਦ 200 ਕਿਲੋ ਦੁੱਧ ਦਿੰਦੇ ਆ, ਤਾਂ ਮੇਰੇ ਵੇਂਦਿਆਂ 1000 ਕਿਲੋ ਦੁੱਧ ਡੇਅਰੀ ਤੋਂ ਚਲੇ ਜਾਂਦਾ। ਦਹੀਂ ਬਣਦਾ ਵਾ, ਪਨੀਰ ਬਣਦਾ ਵਾ, ਉਹ ਕਾਹਦਾ ਬਣਦਾ? ਇਹ ਤੇ ਹੁਣ ਹਰ ਇੱਕ ਨੂੰ ਪਤਾ ਵਾ, ਤੇ ਸਾਨੂੰ ਸੋਚਣਾ ਵੀ ਚਾਹੀਦਾ ਵਾ, ਹਰ ਗੱਲ ਤੇ ਤਰਕ ਵੀ ਕਰਨਾ ਚਾਹੀਦਾ ਵਾ, ਇਹ ਬਹੁਤ ਜ਼ਰੂਰੀ ਆ। ਅਤੇ ਜੇਕਰ ਅਸੀਂ ਵਪਾਰਕ ਧੰਦਿਆਂ ਦੀ ਗੱਲ ਕਰਦੇ ਹਾਂ, ਦੁਕਾਨਾਂ ਤੇ ਗੱਲ ਕਰਦੇ ਹਾਂ, ਤਾਂ ਪਿੱਛੇ ਜੇ ਤੁਸੀਂ ਸੁਣਿਆ ਹੋਊਗਾ 5 ਸਾਲ ਪਹਿਲਾਂ ਦੀ ਗੱਲ ਵਾ, ਸਾਡੇ ਹੈਲਥ ਡਿਪਾਰਟਮੈਂਟ ਦੇ ਵਿੱਚ ਇੱਕ ਅਫਸਰ ਆਇਆ, ਕਹਿੰਦਾ ਮੈਂ ਦੁਕਾਨਾਂ ਤੇ ਮਾੜਾ ਮਾਲ ਨਹੀਂ ਵਿਕਣ ਦੇਣਾ। ਉਸਨੇ ਦੁਕਾਨਾਂ ਤੇ ਅਟੈਕ ਕੀਤਾ, ਫੜਿਆ, ਉਸ ਦਾ ਕਟਾਪਾ ਲਗਾਇਆ ਗਿਆ, ਬੇਇੱਜ਼ਤੀ ਕਰ ਦਿੱਤੀ ਗਈ। ਕਿਉਂ? ਕਿਉਂਕਿ ਉਹ ਅਫਸਰ ਚਾਹੁੰਦਾ ਸੀ ਮੈਂ ਮਿਲਾਵਟ ਵਾਲੀਆਂ ਚੀਜ਼ਾਂ ਦੁਕਾਨ ਦੇ ਵਿੱਚ ਨਹੀਂ ਵਿਕਣ ਦੇਣੀਆਂ। ਬੜੇ ਜ਼ਿੰਮੇਵਾਰ ਵਿਅਕਤੀ ਮੇਰੇ ਕੋਲ ਆਏ, ਕਹਿੰਦੇ ਤੁਸੀਂ ਯੂਨੀਅਨ ਵਿੱਚ ਕੰਮ ਕਰਦੇ ਜੇ, ਸਾਡਾ ਸਮਝੌਤਾ ਕਰਾ ਦਿਓ। ਉਹ ਮੈਂ ਕਿਹਾ ਕਾਹਦਾ ਸਮਝੌਤਾ?
ਉਹ ਕਹਿੰਦੇ ਇਹ ਅਫਸਰ ਸਾਡੀਆਂ ਦੁਕਾਨਾਂ ਤੇ ਛਾਪੇ ਨਾ ਮਾਰੇ। ਉਹ ਮੈਂ ਕਿਹਾ ਘੱਟੋ ਘੱਟ ਮੈਂ ਤਾਂ ਇਹ ਨਹੀਂ ਕਹਿ ਸਕਦਾ ਕਿ ਦੁਕਾਨਾਂ ਤੇ ਛਾਪੇ ਨਾ ਮਾਰੇ ਜਾਣ। ਤਾਂ ਉਹ ਦੁਕਾਨਦਾਰ ਯੂਨੀਅਨ ਦਾ ਨੁਮਾਇੰਦਾ ਸਿਆਣਾ ਬੰਦਾ ਉਹ ਮੈਨੂੰ ਕਹਿੰਦਾ, ਉਹ ਭਾਜੀ ਇਸ ਅਫਸਰ ਨੂੰ ਹਟਾਉਣਾ ਹੀ ਪੈਣਾ ਵਾ, ਨਹੀਂ ਤੇ ਸਾਡੀ ਦੁਕਾਨਦਾਰੀ ਕਿਵੇਂ ਚੱਲੂ, ਸਾਡਾ ਪਰਿਵਾਰ ਕਿਵੇਂ ਚੱਲੂ। ਉਹ ਕਹਿੰਦਾ ਜਿਹੜੀ ਮਰਜ਼ੀ ਦੁਕਾਨ ਨੂੰ ਵੇਖ ਲਓ, ਕੋਈ ਵੀ ਪਿਓਰ ਸਮਾਨ ਨਹੀਂ ਵੇਚ ਸਕਦਾ। ਅਤੇ ਜਦੋਂ ਅਸੀਂ ਕਿਸਾਨਾਂ ਨਾਲ ਗੱਲ ਕਰਦੇ ਹਾਂ, ਕਈ ਕਿਸਾਨ ਇਹ ਕਹਿੰਦੇ ਆ ਅਸੀਂ ਆਪਣੀ ਕਣਕ ਬਿਨਾਂ ਖਾਦ ਤੋਂ ਬਿਨਾਂ ਕੀਟਨਾਸ਼ਕ ਦਵਾਈਆਂ ਤੋਂ ਵਰਤਦੇ ਆ। ਤਾਂ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ, ਜਦੋਂ ਬਾਜ਼ਾਰਾਂ ਵਿੱਚ ਮਠਿਆਈਆਂ ਖਰੀਦਦੇ ਜੇ, ਦੂਜੀਆਂ ਚੀਜ਼ਾਂ ਖਰੀਦਦੇ ਜੇ, ਤਾਂ ਉਹ ਕਿਵੇਂ ਆ। ਇੱਕ ਮੇਰਾ ਜਾਣਕਾਰ ਸਾਡੇ ਪਿੰਡ ਦਾ ਇੱਕ ਕਿਸਾਨ, ਉਹ ਮੈਂ ਕਿਹਾ ਤੂੰ ਬੜੀਆਂ ਸਬਜ਼ੀਆਂ ਵੇਚਦਾ ਵਾ, ਕਿਤੇ ਸਬਜ਼ੀਆਂ ਸਾਨੂੰ ਵੀ ਖਵਾ ਦੇ। ਉਹ ਕਹਿੰਦਾ ਭਾਜੀ ਜਿਹੜੀਆਂ ਸਬਜ਼ੀਆਂ ਅਸੀਂ ਵੇਚਦੇ ਆ ਉਹ ਤੁਹਾਡੇ ਖਾਣ ਵਾਲੀਆਂ ਨਹੀਂ, ਤੁਹਾਨੂੰ ਅਸੀਂ ਨਹੀਂ ਦੇ ਸਕਦੇ। ਉਹ ਕਹਿੰਦਾ ਮੈਂ ਤੇ ਮੂਲੀਆਂ ਤੇ ਸ਼ਲਗਮ ਜਿਹੜੀਆਂ ਕੀਟਨਾਸ਼ਕ ਦਵਾਈਆਂ ਤੋਂ ਬਿਨਾਂ ਬਣਦੀਆਂ ਵਾ, ਸਿਰਫ ਉਹੀ ਤੇ ਉਹੀ ਵਰਤਦੇ ਆ, ਜਾਂ ਅਸੀਂ ਦਾਲਾਂ ਵਰਤਦੇ ਆ। ਸੋ ਸਾਡੇ ਸਮਾਜ ਦਾ ਸਿਸਟਮ ਬੜਾ ਜਿਹੜਾ ਉਸ ਦਾ ਬੇੜਾ ਗਰਕ ਹੋਇਆ। ਅਤੇ ਜਦੋਂ ਹਾਰਟ ਅਟੈਕ ਦੀ ਗੱਲ ਕਰਦੇ ਆ, 20% ਲੋਕਾਂ ਨੂੰ ਪਹਿਲਾ ਹਾਰਟ ਅਟੈਕ ਝੱਲਿਆ ਨਹੀਂ ਜਾਂਦਾ ਤਾਂ ਉਸ ਨੂੰ ਲਿਜਾਇਆ ਜਾਂਦਾ। ਤੇ ਹਾਰਟ ਅਟੈਕ ਹੁੰਦਾ ਕਿਵੇਂ ਆ? ਕਈ ਵਾਰ ਲੋਕ ਕਹਿੰਦੇ ਆ ਉਹ ਚੰਗਾ ਭਲਾ ਵਿਅਕਤੀ ਸੀ, ਇੱਕਦਮ ਚਲੇ ਗਿਆ, ਰੱਬ ਨੇ ਬੁਲਾ ਲਿਆ, ਜਾਂ ਪਿਛਲੇ ਕਰਮਾਂ ਦੇ ਫਲ ਦੀ ਗੱਲ ਵਾ। ਉਹ ਪਰ ਹਾਰਟ ਅਟੈਕ ਐਵੇਂ ਨਹੀਂ ਹੁੰਦਾ। ਹਾਰਟ ਅਟੈਕ ਉਦੋਂ ਹੁੰਦਾ ਜਦੋਂ ਦਿਲ ਤੋਂ ਜਿਹੜਾ ਸਾਡਾ ਖੂਨ ਜਾਂਦਾ, ਉਹਨਾਂ ਨਾੜੀਆਂ ਦੇ ਵਿੱਚ ਕੋਲੇਸਟ੍ਰੋਲ ਤੇ ਉਸ ਦੇ ਗਰੁੱਪਸ ਜਾਮ ਹੋ ਜਾਂਦੇ ਆ। ਤੇ ਕਈ ਵਾਰ ਪਹਿਲਾ ਅਟੈਕ ਜਦੋਂ ਹੁੰਦਾ ਉਹ ਝਟਕਾ ਮਾਰ ਕੇ ਉਸ ਜਾਮ ਨੂੰ ਦੂਰ ਕਰ ਦਿੰਦਾ। ਤਾਂ ਦੂਸਰਾ ਅਟੈਕ ਵੀ ਕਈਆਂ ਨੂੰ ਹੁੰਦਾ, ਤੀਸਰਾ ਵੀ ਹੁੰਦਾ, ਪਰ 20% ਲੋਕਾਂ ਨੂੰ ਪਹਿਲਾ ਅਟੈਕ ਝੱਲਿਆ ਨਹੀਂ ਜਾਂਦਾ। ਡਾਕਟਰ ਤੋਂ ਜਾਣ ਦੇ ਬਾਵਜੂਦ ਵੀ ਅਸੀਂ ਉਸ ਨੂੰ ਬਚਾ ਨਹੀਂ ਸਕਦੇ। ਅਸੀਂ ਬਹੁਤ ਸਾਰੇ ਲੋਕ ਵੇਖੇ ਆ ਹਾਰਟ ਅਟੈਕ ਦੇ ਵਾਲੇ, ਉਹ ਜਿਹੜੇ ਚੰਗੇ ਭਲੇ ਗੱਲਾਂ ਕਰਦੇ ਆ, ਜਦੋਂ ਉਹਦੀ ECG ਕੀਤੀ ਜਾਂਦੀ ਆ ਤਾਂ ਡਾਕਟਰ ਕਹਿ ਦਿੰਦਾ ਬਸ 2-4-5 ਘੰਟੇ ਵਿੱਚ ਇਸ ਦੀ ਮੌਤ ਹੋ ਜੂਗੀ। ਉਹ ਪਰ ਜਦੋਂ ਅਸੀਂ ਉਸ ਨੂੰ ਖੜਦੇ ਆ ਡਾਕਟਰ ਤੋਂ, ਸਾਨੂੰ ਗੁੱਸਾ ਆਉਂਦਾ ਕਿ ਡਾਕਟਰ ਉਸ ਨੂੰ ਬਚਾ ਕਿਉਂ ਨਹੀਂ ਸਕਦਾ। ਇਸ ਦਾ ਕਾਰਨ ਉਹੀ ਗੱਲਾਂ ਵਾ ਕਿ ਇਹ ਜਿਹੜੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਅਸੀਂ ਖਾਂਦੇ ਆ, ਹਰ ਤਰ੍ਹਾਂ ਦੀਆਂ ਚੀਜ਼ਾਂ, ਜਿਵੇਂ ਅਸੀਂ ਰਿਫਾਈਨਡ ਆਇਲ, ਬੜੇ ਸਮੇਂ ਤੋਂ ਇਹ ਆ ਕਿ ਰਿਫਾਈਨਡ ਆਇਲ ਵਰਤੋ, ਰਿਫਾਈਨਡ ਆਇਲ ਵਰਤੋ, ਜਦ ਕਿ ਨਵੀਂ ਖੋਜ ਨੇ ਇਹ ਸਿੱਧ ਕਰ ਦਿੱਤਾ ਰਿਫਾਈਨਡ ਆਇਲ ਹੈ ਕਿਹਦੇ ਸੀ? ਅੰਬਾਨੀਆਂ ਤੇ ਅਡਾਨੀਆਂ ਦੇ, ਜਾਂ ਉਸ ਤਰ੍ਹਾਂ ਦੇ ਉਹਨਾਂ ਦੇ ਭਾਈਆਂ ਦੇ। ਉਹ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਵਰਤਦੇ ਆ, ਉਹ ਸਾਡੀਆਂ ਨਾੜੀਆਂ ਦੇ ਵਿੱਚ ਜਾਮ ਹੋ ਜਾਂਦੀ ਆ, ਉਹ ਕਿਡਨੀ ਦੇ ਨਾੜੀਆਂ ਵਿੱਚ ਜਾਮ ਹੋ ਜਾਂਦੀ ਆ, ਤਾਂ ਕਿਡਨੀ ਦੀਆਂ ਗੁਰਦੇ ਦੀਆਂ ਬਿਮਾਰੀਆਂ ਪੈਦਾ ਕਰ ਦਿੰਦੀ ਆ। ਅਤੇ ਜਦੋਂ ਦਿਲ ਦੀਆਂ ਬਿਮਾਰੀਆਂ ਦੇ ਵਿੱਚ ਜਾਮ ਹੋ ਜਾਂਦਾ ਤਾਂ ਉਹ ਦਿਲ ਦੀਆਂ ਬਿਮਾਰੀਆਂ ਪੈਦਾ ਕਰ ਦਿੰਦਾ। ਪਿਛਲੇ ਸਮੇਂ ਦੇ ਵਿੱਚ ਅਸੀਂ ਪੈਲੀਆਂ ਦੇ ਵਿੱਚ ਕੰਮ ਕਰਦੇ ਸਾਂ ਜਾਂ ਕਸਰਤ ਵਾਲੇ ਸਾਰੇ ਕੰਮ ਕਰਦੇ ਸਾਂ, ਤਾਂ ਸਾਡਾ ਜਿਹੜਾ ਅਬਜ਼ੌਰਵ ਸਿਸਟਮ ਜਿਹੜਾ ਬਹੁਤ ਵਧੀਆ ਸੀ, ਸਾਡੀਆਂ ਚੀਜ਼ਾਂ ਵੀ ਪਿਓਰ ਸੀ। ਬਹੁਤ ਘੱਟ ਤੁਸੀਂ ਸੁਣਿਆ ਹੋਊਗਾ, ਬਹੁਤ ਘੱਟ ਵੇਖਿਆ ਹੋਊਗਾ ਹਾਰਟ ਅਟੈਕ। ਅੱਜ ਜਿਹੜਾ ਕੰਮ ਕਰਨ ਦਾ ਜਿਹੜਾ ਟ੍ਰੈਂਡ ਵਾ ਉਹ ਬਦਲ ਗਿਆ। ਬਾਕੀ ਮਿਲਾਵਟ ਵਾਲੀਆਂ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਸਾਡੇ ਅੰਦਰ ਜਾਣ ਲੱਗੀਆਂ। ਮਾਤਾ ਜੀ ਹੋਰਾਂ ਨੂੰ ਮੈਂ ਇੱਕ ਵਾਰੀ ਵੇਖਿਆ, ਪਰ ਬਹੁਤੀਆਂ ਗੱਲਾਂ ਕਰਨ ਦਾ ਮੌਕਾ ਨਹੀਂ ਮਿਲਿਆ। ਪਰ ਜਿਸ ਰੁੱਖ ਨੂੰ ਕਦੀ ਨਾ ਵੇਖਿਆ ਹੋਵੇ, ਉਸ ਰੁੱਖ ਦੇ ਫਲ ਅਤੇ ਫੁੱਲਾਂ ਤੋਂ ਉਸ ਰੁੱਖ ਦੀ ਪਹਿਚਾਣ ਕੀਤੀ ਜਾ ਸਕਦੀ ਆ। ਸਾਡੇ ਨਾਲ ਮਾਤਾ ਜੀ ਹੋਰਾਂ ਦੇ ਸਪੁੱਤਰ ਗੁਰਬਾਜ ਸਿੰਘ ਜੀ ਤਰਕਸ਼ੀਲ ਸੁਸਾਇਟੀ ਦੇ ਵਿੱਚ ਕੰਮ ਕਰਦੇ ਆ। ਮੈਂ ਦਾਅਵੇ ਦੇ ਨਾਲ ਕਹਿ ਸਕਦਾ ਮਾਤਾ ਜੀ ਹੋਰੀ ਬਹੁਤ ਇੱਕ ਚੰਗੇ ਵਿਅਕਤੀ, ਚੰਗੇ ਇਨਸਾਨ ਸਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਦਿੱਤੇ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਨੂੰ ਜਿਸ ਢੰਗ ਦੇ ਨਾਲ ਸੰਭਾਲਿਆ ਅਤੇ ਚੰਗੀ ਤਰ੍ਹਾਂ ਜ਼ਿੰਦਗੀ ਦੇ ਵਿੱਚ ਉੱਪਰ ਕੀਤਾ। ਇਹ ਕਾਬਲੇ ਤਾਰੀਫ। ਤਾਂ ਮੈਨੂੰ ਲੱਗਦਾ, ਮੈਨੂੰ ਇੱਕ ਵਾਰੀ ਇੱਥੇ ਘਰ ਵਿੱਚ ਆਉਣ ਦੇ ਬਾਵਜੂਦ ਵੀ ਗੱਲਾਂ ਬਾਤਾਂ ਨਹੀਂ ਕੀਤੀਆਂ, ਉਹ ਮੈਨੂੰ ਲੱਗਦਾ ਮੈਂ ਕਾਫੀ ਖੁੰਝਾ ਲਈਆਂ। ਚੰਗੇ ਵਿਅਕਤੀ ਦੇ ਵਿੱਚ ਚੰਗੇ ਗੁਣਾਂ ਨੂੰ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਹਾਂ ਤਾਂ ਬਹੁਤ ਵੱਡੀ ਗੱਲ ਵਾ, ਤੇ ਸਾਨੂੰ ਲਾਗੂ ਕਰਨਾ ਵੀ ਚਾਹੀਦਾ। ਚੌਥੇ ਦੇ ਵੇਲੇ ਜਿਹੜੇ ਫੁੱਲਾਂ ਦੀ ਗੱਲ ਸੀ, ਗੁਰਬਾਜ ਵੀ ਦੂਜਿਆਂ ਦੇ ਵਾਂਗੂ ਗੋਇੰਦਵਾਲ ਵੀ ਖੜ ਸਕਦਾ ਸੀ ਕਿ ਇਸ ਤੋਂ ਪੈਟਰੋਲ ਨਹੀਂ ਸੀ ਹੈਗਾ, ਕਿ ਇਸ ਤੋਂ ਕੋਈ ਪੈਸੇ ਨਹੀਂ ਸੀ ਹੈਗੇ। ਪਰ ਜੇਕਰ ਉਹਨਾਂ ਨੇ ਉਸ ਦੇ ਫੁੱਲਾਂ ਨੂੰ ਉਸ ਦੇ ਉੱਪਰ ਟਾਹਲੀ ਦਾ ਦਰਖਤ ਲਗਾ ਦਿੱਤਾ ਤਾਂ ਉਹਨਾਂ ਨੇ ਬੜੀ ਵੱਡੀ ਸੇਧ ਦਿੱਤੀ ਸਮਾਜ ਨੂੰ। ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜਿਸ ਢੰਗ ਦੇ ਨਾਲ ਸਾਨੂੰ ਮੰਨਣਾ ਚਾਹੀਦਾ, ਜਿਸ ਢੰਗ ਨਾਲ ਸੋਚਣਾ ਤੇ ਸਮਝਣਾ ਚਾਹੀਦਾ, ਅਸੀਂ ਉਸ ਤੋਂ ਕੋਹਾਂ ਦੂਰ ਚਲੇ ਗਏ ਹਾਂ। ਸਾਡਾ ਸਿਰਫ ਤੇ ਸਿਰਫ ਮਕਸਦ ਪੜ੍ਹਨਾ ਵਾ, ਵਿਚਾਰਨਾ ਬਿਲਕੁਲ ਨਹੀਂ।
ਬਾਬੇ ਨਾਨਕ ਨੇ ਜਿਹੜੇ ਤਰਕ ਕਰਨ ਦਾ ਸਾਨੂੰ ਉਪਦੇਸ਼ ਦਿੱਤਾ ਸੀ, ਅਸੀਂ ਜਨਤਾ ਉਸ ਤੋਂ ਬਹੁਤ ਦੂਰ ਚਲੇ ਗਏ ਹਾਂ। ਤੇ ਜਿਹੜਾ ਉਹ ਟਾਹਲੀ ਦਾ ਦਰਖਤ, ਮੈਨੂੰ ਲੱਗਦਾ ਇਹ ਪਹਿਲੀ ਘਟਨਾ ਹੋਊਗੀ ਰਾਜੋਗੇ ਇਸ ਤਰ੍ਹਾਂ ਦੀ ਗੱਲ। ਹਾਲਾਂਕਿ ਅਸੀਂ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਆਪਣਾ ਸਰੀਰ ਦਾਨ ਕੀਤਾ ਹੋਇਆ ਵਾ। ਮੇਰੀ ਮੌਤ ਤੋਂ ਬਾਅਦ ਮੇਰਾ ਸਰੀਰ ਜਿਹੜਾ ਮੈਡੀਕਲ ਕਾਲਜ ਵਿੱਚ ਜਾਏਗਾ, ਉਸ ਦਾ ਮਤਲਬ ਵੀ ਕਿ ਨਹੀਂ ਕਿ ਅਸੀਂ ਉਸ ਨੂੰ ਸਤਿਕਾਰ ਨਹੀਂ ਕਰ ਸਕਦੇ, ਕਿ ਅਸੀਂ ਆਮ ਜਨਤਾ ਵਾਂਗੂ ਕਰ ਨਹੀਂ ਸਕਦੇ, ਪਰ ਉਸ ਦਾ ਮਤਲਬ ਇਹ ਆ ਕਿ ਜੇਕਰ ਸਾਡੇ ਸਰੀਰ ਦਾ ਕੋਈ ਵੀ ਅੰਗ ਮਨੁੱਖਤਾ ਦੇ ਭਲੇ ਦੇ ਲਈ ਵਰਤਿਆ ਜਾਵੇ, ਸਾਡੀਆਂ ਅੱਖਾਂ ਵਰਤੀਆਂ ਜਾਣ, ਸਾਡੇ ਸਰੀਰ ਦੇ ਅੰਗ ਵਰਤੇ ਜਾਣ, ਤਾਂ ਸਾਨੂੰ ਲੱਗਦਾ ਜਿਹੜੀ ਆਤਮਾ ਦੀ ਗੱਲ ਕਰਦੇ ਆ ਸਾਨੂੰ ਜ਼ਿਆਦਾ ਖੁਸ਼ੀ ਹੋਊਗੀ। ਉਹ ਪਰ ਜਿਹੜਾ ਇਹਨਾਂ ਨੇ ਇਹ ਵੀ ਕੰਮ ਕੀਤਾ, ਇਸ ਇਲਾਕੇ ਦੇ ਵਿੱਚ ਨਵਾਂ ਵਾ, ਤੇ ਜਦੋਂ ਕੋਈ ਵੀ ਨਵਾਂ ਕੰਮ ਕਰਦਾ ਲੋਕ ਕਿੰਤੂ ਪਿੰਤੂ ਕਰਦੇ ਆ। ਲੋਕ ਕਹਿੰਦੇ ਆ ਇਹ ਕੰਮ ਕਿਉਂ ਕਰ ਲਿਆ, ਉਹਦੇ ਤੋਂ ਅਲੱਗਾ ਜਿਹਾ ਕਰ ਲਿਆ, ਸਵਰਗ ਨਰਕ ਦੀਆਂ ਗੱਲਾਂ ਕਰਕੇ। ਜਿਵੇਂ ਪਖੰਡੀ ਸਾਧਾਂ ਨੇ ਸਾਨੂੰ ਚੱਕਰ ਵਿਊ ਵਿੱਚ ਫਸਾਇਆ ਵਾ, ਜਿਵੇਂ ਅਬਾਣੀਆਂ ਅਡਾਣੀਆਂ ਦੀ ਗੱਲ ਸਾਨੂੰ ਹੁਣ ਸਪਸ਼ਟ ਹੋਈ ਆ। ਪਖੰਡੀ ਸਾਧ ਵੀ ਸਰਕਾਰਾਂ ਦੇ ਨਾਲ ਤੇ ਬਾਣੀ ਅਡਾਣੀ ਵੀ ਲੜ ਕੇ, ਸਾਰੇ ਹੀ ਰਲ ਕੇ ਸਾਡੇ ਸਮਾਜ ਨੂੰ ਲੁੱਟੀ ਜਾ ਰਹੇ ਆ। ਹੁਣ ਬਿਲਕੁਲ ਸਪਸ਼ਟ ਹੋ ਰਿਹਾ ਤੇ ਲੋਕਾਂ ਵਿੱਚ ਤਰਕ ਦੀ ਭਾਵਨਾ ਜਿਹੜੀ ਆ ਉਹ ਆ ਵੀ ਰਹੀ ਆ ਤੇ ਆਉਣੀ ਵੀ ਚਾਹੀਦੀ ਆ। ਸੋ ਜਿਹੜਾ ਸਵਰਗ ਵਾ, ਸਵਰਗ ਕੀ ਆ, ਉਹ ਮੈਨੂੰ ਇਉਂ ਲੱਗਦਾ ਜਿਵੇਂ ਮਾਤਾ ਜੀ ਹੁਣਾਂ ਨੂੰ ਇੱਕਦਮ ਮੁਸ਼ਕਲ ਹੋਈ, ਜਾਂ ਸਾਡੇ ਸਮਾਜ ਦੇ ਵਿੱਚ ਸਾਡੀਆਂ ਮਾਵਾਂ ਨੂੰ ਕੋਈ ਪ੍ਰੋਬਲਮਸ ਆਉਂਦੀ ਆ, ਜੇਕਰ ਉਸ ਦੇ ਪੁੱਤਰ ਤੇ ਧੀਆਂ ਉਸ ਨੂੰ ਸਾਂਭ ਲੈਂਦੇ ਆ, ਜੇਕਰ ਉਸ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ, ਜੇਕਰ ਪੁੱਤ ਪੋਤਰੇ ਉਸ ਦਾ ਮਾਣ ਤੇ ਸਤਿਕਾਰ ਕਰਦੇ ਆ, ਮੈਨੂੰ ਤੇ ਲੱਗਦਾ ਕਿ ਉਹੀ ਸਵਰਗ ਵਾ। ਅਤੇ ਜੇਕਰ ਆਪਣੇ ਪੁੱਤ ਪੋਤਰਿਆਂ ਦੇ ਹੁੰਦਿਆਂ ਹੋਇਆਂ ਸਾਡੇ ਬਜ਼ੁਰਗਾਂ ਨੂੰ ਧੱਕੇ ਖਾਣੇ ਪੈਂਦੇ ਆ ਜਾਂ ਬਿਰਧ ਘਰਾਂ ਦੇ ਵਿੱਚ ਜਾਣਾ ਪੈਂਦਾ ਵਾ, ਤਾਂ ਫਿਰ ਮੈਨੂੰ ਲੱਗਦਾ ਇਹ ਨਰਕ ਵਾ। ਸੋ ਪਖੰਡੀ ਸਾਧਾਂ ਤੇ ਸਰਕਾਰਾਂ ਦੀਆਂ ਪਾਲਿਸੀਆਂ ਦੇ ਨਾਲ ਸਾਨੂੰ ਬੜਾ ਉਲਝਾਇਆ ਜਾਂਦਾ। ਮੌਕਾ ਭਾਵੇਂ ਕੋਈ ਵੀ ਹੋਵੇ, ਐਉਂ ਲੱਗਦਾ ਕਿ ਉਸ ਵਿਅਕਤੀ ਦੇ ਵਿੱਚ ਵਿਚਲੇ ਗੁਣਾਂ ਨੂੰ ਸਾਨੂੰ ਉਜਾਗਰ ਕਰਨਾ ਚਾਹੀਦਾ। ਮਾਤਾ ਜੀ ਹੋਰਾਂ ਨੂੰ ਮੈਂ ਆਪਣੇ ਵੱਲੋਂ, ਮੇਰੇ ਨਾਲ ਸਾਡੇ ਟੀਚਰ ਯੂਨੀਅਨ ਦੇ ਤਰਕਸ਼ੀਲ ਸੁਸਾਇਟੀ ਦੇ ਮਾਸਟਰ ਤਸਵੀਰ ਸਿੰਘ ਹੋਣੀ ਵੀ ਆਏ ਆ, ਮਾਸਟਰ ਸ਼ਿੰਗਾਰਾ ਸਿੰਘ ਜੀ ਹੋਣੀ ਆਏ ਆ, ਮਾਸਟਰ ਹਰਨੰਦ ਸਿੰਘ ਬੱਲਿਆਂ ਵਾਲਿਆਂ ਤੋਂ ਆ, ਤੇ ਸਾਡੇ ਹੋਰ ਸਾਥੀ ਆਏ ਹੋਏ ਆ। ਉਹਨਾਂ ਸਾਰਿਆਂ ਦੇ ਵੱਲੋਂ ਮੈਂ ਭਾਜੀ ਗੁਰਬਾਜ ਸਿੰਘ ਹੋਰਾਂ ਦੇ ਨਾਲ ਤੇ ਉਹਨਾਂ ਦੇ ਭਰਾ ਗੁਰਜੀਤ ਸਿੰਘ ਹੋਰਾਂ ਦੇ ਨਾਲ, ਸਮੂਹ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ ਹੋਇਆ ਮਾਤਾ ਜੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅਤੇ ਜਿੱਥੋਂ ਤੱਕ ਇਸ ਦੁੱਖ ਨੂੰ ਜਾਣਨ ਦੀ ਗੱਲ ਵਾ, ਬਹੁਤ ਵੱਡਾ ਦੁੱਖ ਹੁੰਦਾ ਜਦੋਂ ਮਾਂ ਚਲੇ ਜਾਂਦੀ ਆ, ਪਰ ਪਰਿਵਾਰ ਸਿਆਣਾ ਵਾ, ਸਮਝਦਾਰ ਵਾ, ਮਾਨਸਿਕ ਸ਼ਕਤੀ ਦੇ ਨਾਲ ਮੈਨੂੰ ਪੂਰਾ ਵਿਸ਼ਵਾਸ ਵਾ ਇਸ ਦੁੱਖ ਨੂੰ ਜਰਦਿਆਂ ਹੋਇਆਂ ਆਪਣੀ ਜ਼ਿੰਦਗੀ ਦੀ ਜਿਹੜੀ ਅੱਗੇ ਲੀਹ ਚੱਲ ਰਹੀ ਸੀ ਉਸ ਲੀਹ ਤੇ ਜ਼ਰੂਰ ਆਉਣਗੇ ਅਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਣ ਦੇ ਨਾਲ ਦੁੱਖ ਕੱਟਦਾ ਵਾ। ਹਮਦਰਦੀ ਪ੍ਰਗਟਾਉਣ ਆਏ ਹੋਏ ਸਾਰੇ ਹੀ ਲੋਕਾਂ ਦਾ, ਰਿਸ਼ਤੇਦਾਰਾਂ ਦਾ, ਸਾਕ ਸੰਬੰਧੀਆਂ ਦਾ, ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ।